प्यारे विद्यार्थियों, स्वागत है तुहाडा मेरे यूट्यूब चैनल ਸਾਹਿਤਿਕ ਜਾਣਕਾਰੀ ਤੇ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਆਧੁਨਿਕ ਕਾਵਿ ਨਾਲ ਸੰਬੰਧਿਤ ਕੁਝ ਇੰਪੋਰਟੈਂਟ ਕੁਐਸਚਨ ਕਰਾਂਗੇ। ਤਾਂ ਚਲੋ ਸ਼ੁਰੂ ਕਰਦੇ ਹਾਂ। ਪ੍ਰਸ਼ਨ ਪਹਿਲਾ ਦੇਖੋ, ਭਾਈ ਵੀਰ ਸਿੰਘ ਦਾ ਜਨਮ ਕਦੋਂ ਹੋਇਆ? 1871 ਈਸਵੀ ਨੂੰ, 1872 ਨੂੰ, 1873 ਕਿ 1874? ਤਾਂ ਸਹੀ ਉੱਤਰ ਹੈ ਸਾਡਾ ਆੜਾ 1872 ਈਸਵੀ ਨੂੰ। ਭਾਈ ਵੀਰ ਸਿੰਘ ਮਹਾਨ ਡੈਸ਼ ਸੀ, ਸੁਧਾਰਕ, ਰਾਜਨੀਤਿਕ, ਦਾਰਸ਼ਨਿਕ ਕਿ ਅਧਿਆਪਕ? ਤਾਂ ਸਹੀ ਉੱਤਰ ਹੈ ਸਾਡਾ ਈਡੀ, ਦਾਰਸ਼ਨਿਕ ਸੀਗੇ ਉਹ। ਭਾਈ ਵੀਰ ਸਿੰਘ ਦੀ ਵਾਰਤਕ ਰਚਨਾ ਦਾ ਕੇਂਦਰ ਬਿੰਦੂ ਹੈ ਸਿੱਖ ਇਤਿਹਾਸ, ਜੀਵਨ ਗਾਥਾਵਾਂ, ਗੁਰਬਾਣੀ ਦੀ ਵਿਆਖਿਆ ਕਿ ਉਪਰੋਕਤ ਸਾਰੇ? ਤਾਂ ਸਹੀ ਉੱਤਰ ਹੈ ਸਾਡਾ ਸੱਸਾ, ਉਪਰੋਕਤ ਸਾਰੇ ਇਹਦੇ ਵਿੱਚ ਆਵੇਗਾ, ਕਿਉਂਕਿ ਉਹ ਸਿੱਖ ਇਤਿਹਾਸ ਦਾ ਵੀ ਕੇਂਦਰ ਬਿੰਦੂ ਸੀ, ਜੀਵਨ ਗਾਥਾਵਾਂ ਦਾ ਵੀ ਤੇ ਗੁਰਬਾਣੀ ਦੀ ਵਿਆਖਿਆ ਦਾ ਵੀ। ਠੀਕ ਹੈ। ਭਾਈ ਵੀਰ ਸਿੰਘ ਦੀ ਰਚਨਾ ਰਾਣਾ ਸੂਰਤ ਸਿੰਘ ਕੀ ਹੈ? ਨਾਵਲ, ਨਾਟਕ, ਮਹਾਂਕਾਵ ਕਿ ਕਹਾਣੀ? ਤਾਂ ਇਹ ਤੁਸੀਂ ਮੇਰੀ ਵੀਡੀਓ ਦੇਖ ਸਕਦੇ ਹੋ, ਇੱਕ ਸਪੈਸ਼ਲ ਟ੍ਰਿਕਸ ਵਾਲੀ ਬਣਾਈ ਵੀ ਹੈ ਜਿਹਦੇ ਵਿੱਚ ਰਾਣਾ ਸੂਰਤ ਸਿੰਘ ਬਾਰੇ ਮੈਂ ਦੱਸਿਆ ਵੀ ਉਹ ਇੱਕ ਮਹਾਂਕਾਵ ਹੈ। ਈਡੀ ਉੱਤਰ ਸਾਡਾ ਸਹੀ ਹੋਵੇਗਾ। ਜੋ ਕੰਮ ਭਾਈ ਗੁਰਦਾਸ ਜੀ ਨੇ 17ਵੀਂ ਸਦੀ ਵਿੱਚ ਕੀਤਾ, ਉਹੀ ਕੰਮ 20ਵੀਂ ਸਦੀ ਵਿੱਚ ਕਿਸ ਨੇ ਕੀਤਾ? ਭਾਈ ਵੀਰ ਸਿੰਘ ਜੀ ਨੇ, ਪ੍ਰੋਫੈਸਰ ਪੂਰਨ ਸਿੰਘ ਜੀ ਨੇ, ਧਨੀ ਰਾਮ ਚਾਤ੍ਰਿਕ ਨੇ ਕਿ ਨੰਦ ਲਾਲ ਨੂਰਪੁਰੀ ਜੀ ਨੇ? ਤੇ ਸਹੀ ਉੱਤਰ ਹੈ ਸਾਡਾ ਊੜਾ, ਭਾਈ ਵੀਰ ਸਿੰਘ ਜੀ ਨੇ ਕੀਤਾ ਉਹੀ ਕੰਮ 20ਵੀਂ ਸਦੀ ਦੇ ਵਿੱਚ, ਤੇ 17ਵੀਂ ਸਦੀ 'ਚ ਭਾਈ ਗੁਰਦਾਸ ਜੀ ਨੇ ਕੀਤਾ ਸੀ, ਕਿਉਂਕਿ ਭਾਈ ਵੀਰ ਸਿੰਘ ਜੀ ਹੈ ਜਿਹੜੇ ਉਹ ਆਧੁਨਿਕ ਕਾਵਿਧਾਰਾ ਦੇ ਪਹਿਲੇ ਕਵੀ ਹੈ। ਠੀਕ ਹੈ, ਇਸ ਕਰਕੇ ਇਹਨਾਂ ਨੂੰ ਇਹ ਦਰਜਾ ਦਿੱਤਾ ਗਿਆ ਭਾਈ ਗੁਰਦਾਸ ਜੀ ਦੇ ਬਰਾਬਰ ਦਾ। ਚੰਦਨਵਾੜੀ ਤੇ ਕੇਸਰ ਕਿਆਰੀ ਕਾਵਿ ਸੰਗ੍ਰਹਿ ਕਿਸ ਦੀ ਰਚਨਾ ਹਨ? ਧਨੀ ਰਾਮ ਚਾਤ੍ਰਿਕ ਦੀ, ਭਾਈ ਵੀਰ ਸਿੰਘ ਦੀ, ਪ੍ਰੋਫੈਸਰ ਪੂਰਨ ਸਿੰਘ ਦੀ ਕਿ ਸੁਰਜੀਤ ਪਾਤਰ ਦੀ? ਸਹੀ ਉੱਤਰ ਹੈ ਸਾਡਾ ਊੜਾ, ਧਨੀ ਰਾਮ ਚਾਤ੍ਰਿਕ ਦੀ, ਚੰਦਨਵਾੜੀ ਤੇ ਕੇਸਰ ਕਿਆਰੀ। ਧਨੀ ਰਾਮ ਚਾਤ੍ਰਿਕ ਨੇ ਨਵਾਂ ਜਹਾਨ ਕਾਵਿ ਸੰਗ੍ਰਹਿ ਕਦੋਂ ਲਿਖਿਆ? ਤਾਂ ਇਹ ਉਹਨਾਂ ਨੇ 1941 ਈਸਵੀ ਵਿੱਚ ਲਿਖਿਆ ਸੀ। ਆੜਾ ਉੱਤਰ ਸਾਡਾ ਸਹੀ ਹੋਵੇਗਾ। ਧਨੀ ਰਾਮ ਚਾਤ੍ਰਿਕ ਨੇ ਆਪਣੀ ਪੁਸਤਕ ਧਰਮਵੀਰ ਤੋਂ ਕੀ ਲਿਖਣ ਦੀ ਲੀਹ ਪਾਈ? ਜਾਨੀ ਕੀ ਲਿਖਣਾ ਸ਼ੁਰੂ ਕੀਤਾ ਸੀ? ਲੀਹ ਪਾਈ ਸੀ, ਜਾਨੀ ਪ੍ਰਸੰਗ ਲਿਖਣ ਦੀ। ਈਡੀ ਉੱਤਰ ਸਾਡਾ ਸਹੀ ਹੋਵੇਗਾ। ਧਨੀ ਰਾਮ ਚਾਤ੍ਰਿਕ ਨੇ ਸੂਫੀ ਖਾਨਾ ਨਾਂ ਦਾ ਕਾਵਿ ਸੰਗ੍ਰਹਿ ਕਦੋਂ ਪੰਜਾਬੀ ਸਾਹਿਤ ਨੂੰ ਦਿੱਤਾ? ਤਾਂ ਇਹ ਦਿੱਤਾ ਸੀ 1950 ਈਸਵੀ 'ਚ। ਤਾਂ ਊੜਾ ਉੱਤਰ ਸਾਡਾ ਸਹੀ ਹੋਵੇਗਾ। ਦੇਖੋ, ਇਹਦੇ ਨਾਲ ਨਾਲ ਤੁਸੀਂ ਧਨੀ ਰਾਮ ਚਾਤ੍ਰਿਕ ਦੀਆਂ ਜਿਹੜੇ ਕਾਵਿ ਸੰਗ੍ਰਹਿ ਆ ਉਹ ਵੀ ਯਾਦ ਕਰ ਸਕਦੇ ਹੋ। ਠੀਕ ਹੈ, ਵੀ ਕਿਹੜੇ ਕਿਹੜੇ ਉਹਨਾਂ ਨੇ ਕਾਵਿ ਸੰਗ੍ਰਹਿ ਲਿਖੇ, ਤੇ ਨਾਲ ਨਾਲ ਕੁਐਸਚਨ ਦੇ ਉੱਤਰ ਵੀ ਯਾਦ ਕਰ ਸਕਦੇ ਹੋ। ਕਿਸ ਕਵੀ ਨੂੰ ਪੰਜਾਬ ਦੀ ਧਰਤੀ ਤੇ ਬੋਲੀ ਨਾਲ ਡੂੰਘਾ ਪਿਆਰ ਸੀ? ਪ੍ਰੋਫੈਸਰ ਪੂਰਨ ਸਿੰਘ ਨੂੰ, ਸੁਰਜੀਤ ਪਾਤਰ ਨੂੰ, ਜਸਵੰਤ ਸਿੰਘ ਨੇਕੀ ਨੂੰ ਕਿ ਧਨੀ ਰਾਮ ਚਾਤ੍ਰਿਕ ਨੂੰ? ਤਾਂ ਸਹੀ ਉੱਤਰ ਹੈ ਸਾਡਾ ਸੱਸਾ, ਧਨੀ ਰਾਮ ਚਾਤ੍ਰਿਕ ਨੂੰ ਪੰਜਾਬ ਦੀ ਧਰਤੀ ਤੇ ਬੋਲੀ ਦੇ ਨਾਲ ਡੂੰਘਾ ਪਿਆਰ ਸੀ। ਪ੍ਰੋਫੈਸਰ ਪੂਰਨ ਸਿੰਘ ਦਾ ਜਨਮ ਕਦੋਂ ਹੋਇਆ? ਤਾਂ ਇਹਨਾਂ ਦਾ ਜਨਮ 1881 ਈਸਵੀ ਦੇ ਵਿੱਚ। ਊੜਾ ਉੱਤਰ ਸਾਡਾ ਸਹੀ ਹੋਵੇਗਾ। ਪ੍ਰੋਫੈਸਰ ਪੂਰਨ ਸਿੰਘ ਦੇ ਮੌਲਿਕ ਨਿਬੰਧਾਂ ਦਾ ਸੰਗ੍ਰਹਿ ਖੁੱਲ੍ਹੇ ਲੇਖ ਕਦੋਂ ਪ੍ਰਕਾਸ਼ਿਤ ਹੋਇਆ? ਤਾਂ 1929 ਦੇ ਵਿੱਚ। ਆੜਾ ਉੱਤਰ ਸਾਡਾ ਸਹੀ ਹੋਵੇਗਾ। ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦਾ ਮੁੱਖ ਵਿਸ਼ਾ ਕਿਹੜਾ ਹੈ? ਪੰਜਾਬ ਪਿਆਰ। ਈਡੀ ਉੱਤਰ ਸਾਡਾ ਸਹੀ ਹੋਵੇਗਾ। ਪੰਜਾਬ ਪਿਆਰ ਇਹਨਾਂ ਦੀ ਕਵਿਤਾ ਦਾ ਮੁੱਖ ਵਿਸ਼ਾ। ਪਿਆਰ, ਕਵੀ ਦਾ ਦਿਲ, ਆਰਟ, ਕਿਰਤ ਕਾਵਿ ਸੰਗ੍ਰਹਿ ਕਿਸ ਦੀ ਰਚਨਾ ਹਨ? ਤਾਂ ਇਹ ਹਨ ਜੀ ਪ੍ਰੋਫੈਸਰ ਪੂਰਨ ਸਿੰਘ ਦੀ। ਆੜਾ ਉੱਤਰ ਸਹੀ ਹੋਵੇਗਾ ਸਾਡਾ। ਪ੍ਰੋਫੈਸਰ ਪੂਰਨ ਸਿੰਘ ਦੀ ਮੌਤ ਕਦੋਂ ਹੋਈ? 1931 ਈਸਵੀ ਨੂੰ, 1932, 1933 ਕਿ 1934 ਨੂੰ? ਤੇ ਸਹੀ ਉੱਤਰ ਹੈ ਸਾਡਾ ਊੜਾ, 1931 ਈਸਵੀ ਨੂੰ ਹੋਈ ਇਹਨਾਂ ਦੀ ਮੌਤ। ਤੇ ਦੇਖੋ, ਜਨਮ ਕਦੋਂ ਹੋਇਆ ਸੀ? 1881 ਈਸਵੀ ਦੇ ਵਿੱਚ, ਤੇ ਮੌਤ ਹੋਈ 1931 ਈਸਵੀ ਦੇ ਵਿੱਚ। ਦੋਨੋਂ ਕੁਐਸਚਨ ਇਹਦੇ ਵਿੱਚ ਆ ਚੁੱਕੇ ਆ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦਾ ਜਨਮ ਕਦੋਂ ਹੋਇਆ? 1896, 1897, 1898 ਕਿ 1899? ਤਾਂ ਸਹੀ ਉੱਤਰ ਹੈ ਸਾਡਾ ਆੜਾ, 1897 ਈਸਵੀ ਵਿੱਚ। ਵਗਦੇ ਪਾਣੀ ਕਾਵਿ ਸੰਗ੍ਰਹਿ ਕਿਸ ਦੀ ਰਚਨਾ ਹੈ? ਤਾਂ ਇਹ ਹੈਗੀ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ। ਠੀਕ ਹੈ, ਇਹਨੂੰ ਆਪਾਂ ਇਸ ਤਰ੍ਹਾਂ ਵੀ ਯਾਦ ਕਰ ਸਕਦੇ ਹਾਂ। ਦੇਖੋ, ਕਾਲੇ ਪਾਣੀ, ਪਾਣੀ ਆ ਗਿਆ ਨਾ ਪਿੱਛੇ, ਤਾਂ ਵਗਦੇ ਪਾਣੀ ਇਹ ਉਹਨਾਂ ਦੀ ਕਾਵਿ ਸੰਗ੍ਰਹਿ ਹੈਗਾ। ਠੀਕ ਹੈ, ਤੇ ਇਹਨੂੰ ਇਸ ਤਰ੍ਹਾਂ ਕਰਕੇ ਵੀ ਯਾਦ ਕਰ ਸਕਦੇ ਹਾਂ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਦਾ ਕੇਂਦਰੀ ਬਿੰਦੂ ਕੀ ਹੈ? ਤਾਂ ਇਹਨਾਂ ਦੀ ਕਵਿਤਾ ਦਾ ਕੇਂਦਰੀ ਬਿੰਦੂ ਹੈ ਵੰਗਾਰ। ਈਡੀ ਉੱਤਰ ਸਾਡਾ ਸਹੀ ਹੋਵੇਗਾ। ਤਾਂ ਅੱਗੇ ਹੈਗਾ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਫੌਜ ਵਿੱਚ ਕਿਹੜੇ ਅਹੁਦੇ 'ਤੇ ਸਨ? ਕਰਨਲ ਸੀ ਉਹ, ਡਾਕਟਰ ਸੀ, ਸੂਬੇਦਾਰ ਕਿ ਕੈਪਟਨ?
तो सही उत्तर है साडा आड़ा। डॉक्टर सीगे वो फौज विच, ठीक है, क्योंकि ये नाम के मूहरे भी देखो इन्होंने डॉक्टर लग्या वा, तो डॉक्टर ही सी फौज विच। तो डॉक्टर दीवान सिंह काले पानी किहो जिहा कवि सी, तो रहस्यवादी, मानववादी, दार्शनिकवादी कि समाजवादी। तो सही उत्तर है साडा आड़ा, मानववादी सी वो। किसनों पंजाब दी आवाज़ कहा जाता है? ये पढ़िया आपां पहलां भी, देखो एक वीडियो दे विच मैं पढ़ाया स्पैशल, पंजाब दी आवाज़ किसनूं किसने कहा, ठीक है। तो ये कहा जाता अमृता प्रीतम नूं। आड़ा उत्तर साडा सही होवेगा। अमृता प्रीतम नूं पंजाब दी आवाज़ किसने कहा? पंडित शरदा राम फिलौरी ने, ज्ञानी दित्त सिंह ने, प्रोफैसर प्यारा सिंह पदम ने कि प्रिंसीपल तेजा सिंह ने। तो सही उत्तर है साडा सस्सा, प्रिंसीपल तेजा सिंह ने कहा सी इन्हां नूं। अमृता प्रीतम ने किसनों अपनी कविता का अंग बनाया? नारी संवेदना नूं, पुरुष संवेदना नूं, बाल संवेदना नूं कि बिरध संवेदना नूं। तो सही उत्तर है साडा ऊड़ा, नारी संवेदना नूं बनाया इन्हां ने। लम्मियां वाटां, सरगी वेले सुनेहड़े, अशोका चेती काव्य संग्रह किस दी रचना है? प्रोफैसर पूरन सिंह दी, सुरजीत पात्र दी, अमृता प्रीतम के हीरा सिंह दर्द दी। तो सही उत्तर है साडा ईड़ी, अमृता प्रीतम की रचना है ये सारे काव्य संग्रह। अमृता प्रीतम दीयां कवितावां विच हुंदा है हासा, चोभ, व्यंग के वैराग। तो सही उत्तर है साडा ईड़ी, व्यंग हुंदा। इन्हां दीयां मतलब सारियां कवितावां विच व्यंग रचिया गया। शिव कुमार बटालवी का ਸਾਹਿਤ रचना ते प्राप्ति के पक्ष तो किहड़ा समा सुनहरी सी? तो सही उत्तर है साडा ऊड़ा, 1959 तो 1966 तक का समा सी जिहड़ा वो इन्हां दा सुनहरी समा सीगा। पीड़ां दा परागा, बिरहां तू सुल्तान, लूना किस दी रचना है? प्रोफैसर पूरन सिंह दी, अमृता प्रीतम दी, शिव कुमार बटालवी दी कि हीरा सिंह दर्द दी। तो सही उत्तर है साडा ईड़ी, शिव कुमार बटालवी की रचना है। हेठ लिखियां विचों किहड़ी रचना शिव कुमार बटालवी की आखिरी रचना सी? जानी ये सारियां रचनावां है तां शिव कुमार बटालवी दियां लिखियां होईयां, ठीक है, जिवें लाजवंती, मैं ते मैं, लूना ते बिरहा तू सुल्तान। तो ये विचों सब तो आखिरी किहड़ी सी? वो हैगी है मैं ते मैं। आड़ा उत्तर साडा सही है। किस कवि ने अपने गम की पीड़ नूं गा गा के पंजाबी काव्य जगत की फिजा नूं सोगी रंग दिता? पाश ने, अमृता प्रीतम ने, शिव कुमार बटालवी ने कि SS चरण सिंह शहीद ने। तो सही उत्तर है साडा ईड़ी, शिव कुमार बटालवी ने। वो किहड़ा कवि है जिसने अपने महाकाव्य विच औरत नूं पूरा पूरा न्याय दिता है? तो ये भी कौन है? शिव कुमार बटालवी। सस्सा उत्तर साडा सही होवेगा। सुरजीत पात्र की काव्य रचना का आरंभिक पड़ाव किहड़ी रचना तो हुंदा है? हवा विच लिखे हरफ, हनेरे विच सुलगदी वर्णमाला, विरख अर्ज करे कि उपरोक्त कोई नहीं। तो सही उत्तर है साडा ऊड़ा, हवा विच लिखे हरफ। सुरजीत पात्र का जन्म कदों होया? 1944, 45, 46 कि 47 नूं। तो सही उत्तर है साडा आड़ा, 1945 नूं इन्हां दा जन्म होया सी। कालज की पढ़ाई दौरान सुरजीत पात्र दीयां कवितावां किहड़े मासिक पत्र विच पहले नंबर ते छपियां? प्रीत लड़ी विच, कहानी, कविता कि उपरोक्त सारे? तो उपरोक्त सारे का उत्तर सही होवेगा सस्सा। सुरजीत पात्र किहड़ी यूनीवर्सिटी विच भाषा, ਸਾਹਿਤ, इतिहास ते सभ्याचार विभाग विच रिसर्च फैलो बन गया? तो किहड़ी यूनीवर्सिटी? सही उत्तर है साडा सस्सा, खेतीबाड़ी यूनीवर्सिटी लुधियाना दे विच बनिया सीगा। सुरजीत पात्र पंजाबी ਸਾਹਿਤ विच किहड़ा स्थान रखता है? एक कहानीकार के रूप विच, एक गज़ल गो के रूप विच, नावलकार के रूप विच कि वार्तककार के रूप विच? तो सही उत्तर है साडा आड़ा, एक गज़ल गो के रूप विच। सुरजीत पात्र ने अपने दो मित्रां नाल रल के किहड़ा काव्य संग्रह प्रकाशित करवाया? तो यह सीगा कोलाज। आड़ा उत्तर साडा सही होवेगा। इन्हां चों सुरजीत पात्र का काव्य संग्रह किहड़ा है? हवा च लिखे हरफ, बिरख अर्ज करे, पतझड़ दी पाजेब, सुर जमीन ते होर सारे। जानी ये सारे आ जिहड़े ये सुरजीत पात्र के काव्य संग्रह है, तो इस करके सस्सा उत्तर साडा सही आवेगा। जानी 4 हो गए, ठीक है। सुर जमीन ते होर सारिਆਂ का मतलब हवा विच सारे आ गए, हवा विच लिखे हरफ, बिरख अर्ज करे, पतझड़ दी पाजेब। सुरजीत पात्र ने अपनियां कवितावां का पिछोकड़ किहड़ी पुस्तक विच बयान किया? मेरी कविता मेरे बोल, सूरज मंदिर दीयां पौड़ियां, कविता के पिछोकड़ विच की कहां तू सानू? तो सही उत्तर है साडा आड़ा, सूरज मंदिर दीयां पौड़ियां। इन्हां विचों किहड़ा काव्य संग्रह सुरजीत पात्र का लिखिया होया है?
ਉਦਰੀ ਧੁੱਪ, 17 ਲਫ਼ਜ਼ਾਂ ਦੀ ਦਰਗਾਹ, ਆਪਣੀ ਮਿੱਟੀ। ਤਾਂ ਸਹੀ ਉੱਤਰ ਹੈ ਸਾਡਾ ਈੜੀ, ਲਫ਼ਜ਼ਾਂ ਦੀ ਦਰਗਾਹ। ਸੁਰਜੀਤ ਪਾਤਰ ਦੇ ਪਹਿਲੇ ਕਾਵਿ ਸੰਗ੍ਰਹਿ ਦਾ ਨਾਂ ਹੈ। ਕੁਐਸਚਨ ਰਿਪੀਟ ਹੋ ਗਿਆ ਦੇਖੋ। ਸਹੀ ਉੱਤਰ ਸਾਡਾ ਆੜਾ, ਹਵਾ ਵਿੱਚ ਲਿਖੇ ਹਰਫ। ਅਗਲਾ ਪ੍ਰਸ਼ਨ ਦੇਖੋ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਕਾਵਿ ਸਤਰਾਂ ਵਿੱਚ ਕਵੀ ਦਾ ਕਿਹੜਾ ਪੱਖ ਉੱਭਰਦਾ ਹੈ। ਠੀਕ ਹੈ, ਤਾਂ ਉਤਸ਼ਾਹ ਉੱਭਰਦਾ ਇਹਦੇ ਵਿੱਚ, ਦੁਚਿੱਤੀ, ਆਪਣੇ ਪ੍ਰਤੀ ਮੋਹ, ਕਿ ਇਹਨਾਂ 'ਚੋਂ ਕੋਈ ਨਹੀਂ। ਤਾਂ ਸਹੀ ਉੱਤਰ ਹੈ ਸਾਡਾ ਆੜਾ, ਦੁਚਿੱਤੀ, ਯਾਨੀ ਦੁਚਿੱਤੀ ਦੇ ਵਿੱਚ ਪਿਆ ਵਾ ਨਾ ਉਹ ਵੀ ਕੁਝ ਕਹਾਂ ਕਿ ਨਾ ਕਹਾਂ ਕਿ ਚੁੱਪ ਰਹਾਂ। ਠੀਕ ਹੈ, ਇਸ ਕਰਕੇ ਦੁਚਿੱਤੀ ਹੋ ਗਿਆ ਮਨ ਉਹਦਾ, ਇਸ ਕਰਕੇ ਇਹਦਾ ਆੜਾ ਉੱਤਰ ਸਹੀ ਆਏਗਾ। ਸੁਰਜੀਤ ਪਾਤਰ ਆਪਣੀ ਕਵਿਤਾ ਵਿੱਚ ਇਹਨਾਂ ਵਿੱਚੋਂ ਕਿਹੜੀ ਚੀਜ਼ ਦਰਸਾਉਂਦਾ ਹੈ। ਸਧਾਰਨ ਮਨੁੱਖ ਦੀ ਮਜਬੂਰੀ, ਦੋਗਲਾ ਕਿਰਦਾਰ, ਵਿਅਕਤੀ ਦੀ ਦੁਵਿਧਾ ਗ੍ਰਸਤ ਤੁਸ਼ਤਾ, ਕਿ ਇਹ ਸਾਰੇ ਹੀ। ਸਹੀ ਉੱਤਰ ਹੈ ਸਾਡਾ ਸੱਸਾ, ਇਹ ਸਾਰੇ ਹੀ ਦਰਸਾਉਂਦਾ ਉਹ। ਆਪਣੀ ਕਵਿਤਾ ਦੇ ਪਹਿਲੇ ਪੜਾਅ ਸਮੇਂ ਸੁਰਜੀਤ ਪਾਤਰ ਨੇ ਕਿਹੜੇ ਵਿਸ਼ੇ ਨੂੰ ਅਪਣਾਇਆ। ਪੰਜਾਬ ਸੰਕਟ, ਸਰਮਾਏਦਾਰੀ ਦੀਆਂ ਵਧੀਕੀਆਂ, ਭ੍ਰਿਸ਼ਟਾਚਾਰ, ਕਿ ਪ੍ਰੇਮਿਕਾ ਤੋਂ ਦੂਰੀ। ਤੇ ਸਹੀ ਉੱਤਰ ਹੈ ਸਾਡਾ ਊੜਾ, ਪੰਜਾਬ ਸੰਕਟ ਨੂੰ ਦਰਸਾਇਆ ਉਹਨੇ। ਸੁਰਜੀਤ ਪਾਤਰ ਦੇ ਕਿਹੜੇ ਕਾਵਿ ਸੰਗ੍ਰਹਿ ਨੂੰ ਭਾਰਤੀ ਸਾਹਿਤ ਅਕੈਡਮੀ ਦਾ ਪੁਰਸਕਾਰ ਪ੍ਰਾਪਤ ਹੋਇਆ। ਤਾਂ ਇਹ ਹੋਇਆ ਸੀਗਾ ਹਨੇਰੇ ਵਿੱਚ ਸੁਲਗਦੀ ਵਰਣਮਾਲਾ। ਈੜੀ ਉੱਤਰ ਸਾਡਾ ਸਹੀ ਹੋਵੇਗਾ। ਇਹਨਾਂ 'ਚੋਂ ਕਿਹੜੀ ਕਵਿਤਾ ਸੁਰਜੀਤ ਪਾਤਰ ਦੀ ਨਹੀਂ ਹੈ। ਖਤਾਂ ਦੀ ਉਡੀਕ, ਹਰ ਮੋੜ 'ਤੇ ਸਲੀਬਾਂ, ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੇਰੀ ਕਵਿਤਾ। ਤਾਂ ਸਹੀ ਉੱਤਰ ਹੈ ਸਾਡਾ ਆੜਾ, ਹਰ ਮੋੜ 'ਤੇ ਸਲੀਬਾਂ ਜਿਹੜੀ ਇਹ ਸੁਰਜੀਤ ਪਾਤਰ ਦੀ ਨਹੀਂ ਹੈ, ਇਹ ਡਾਕਟਰ ਜਗਤਾਰ ਦੀ ਰਚਨਾ ਹੈ। ਅਗਲਾ ਪ੍ਰਸ਼ਨ ਦੇਖੋ। ਕਿਤਾਬ 'ਚੋਂ ਜਿਹੜੀ ਮੁਹੱਬਤ ਪੜ੍ਹੀ ਸੀ ਉਹ ਜੀਵਨ ਵਿੱਚ ਆਈ ਨਾ ਤੇਰੇ ਨਾ ਮੇਰੇ। ਕਾਵਿ ਸਤਰਾਂ ਕਿਹੜੇ ਕਾਵਿ ਸੰਗ੍ਰਹਿ ਵਿੱਚ ਦਰਜ ਹਨ। ਹਵਾ ਵਿੱਚ ਲਿਖੇ ਹਰਫ, ਹਨੇਰੇ ਵਿੱਚ ਸੁਲਗਦੀ ਵਰਣਮਾਲਾ, ਬਿਰਖ ਅਰਜ਼ ਕਰੇ, ਲਫ਼ਜ਼ਾਂ ਦੀ ਦਰਗਾਹ। ਤਾਂ ਸਹੀ ਉੱਤਰ ਹੈ ਸਾਡਾ ਊੜਾ, ਹਵਾ ਵਿੱਚ ਲਿਖੇ ਹਰਫ ਦੇ ਵਿੱਚ ਇਹ ਦਰਜ ਹੈ। ਆਰੰਭਿਕ ਰਚਨਾ ਹੈ ਸੁਰਜੀਤ ਪਾਤਰ ਦੀ। ਦੇਖੋ, ਠੀਕ ਹੈ, ਧਿਆਨ ਨਾਲ ਯਾਦ ਰੱਖਣਾ। 2011 ਵਿੱਚ ਪਾਤਰ ਨੂੰ ਭਾਰਤ ਸਰਕਾਰ ਨੇ ਕਿਹੜਾ ਸਨਮਾਨ ਦਿੱਤਾ। ਪਦਮ ਸ਼੍ਰੀ, ਪਦਮ ਵਿਭੂਸ਼ਣ, ਭਾਰਤ ਰਤਨ, ਕਿ ਸਾਹਿਤ ਰਤਨ। ਤਾਂ ਸਹੀ ਉੱਤਰ ਹੈ ਸਾਡਾ ਊੜਾ, ਪਦਮ ਸ਼੍ਰੀ, ਭਾਰਤ ਸਰਕਾਰ ਨੇ ਇਹਨਾਂ ਨੂੰ ਸਨਮਾਨ ਦਿੱਤਾ ਸੀ। ਪੰਜਾਬ ਸੰਕਟ ਨਾਲ ਜੁੜੀਆਂ ਕਵਿਤਾਵਾਂ ਸੁਰਜੀਤ ਪਾਤਰ ਦੇ ਕਿਹੜੇ ਕਾਵਿ ਸੰਗ੍ਰਹਿ ਵਿੱਚ ਸ਼ਾਮਿਲ ਹਨ। ਲਫ਼ਜ਼ਾਂ ਦੀ ਦਰਗਾਹ ਵਿੱਚ, ਹਵਾ ਵਿੱਚ ਲਿਖੇ ਹਰਫ, ਬਿਰਖ ਅਰਜ਼ ਕਰੇ, ਕਿ ਹਨੇਰੇ ਵਿੱਚ ਸੁਲਗਦੀ ਵਰਣਮਾਲਾ। ਤਾਂ ਸਹੀ ਉੱਤਰ ਹੈ ਸਾਡਾ ਈੜੀ, ਬਿਰਖ ਅਰਜ਼ ਕਰੇ ਵਿੱਚ ਪੰਜਾਬ ਸੰਕਟ ਨਾਲ ਸੰਬੰਧਿਤ ਕਵਿਤਾਵਾਂ। ਕਿਸ ਨੇ ਕਵੀ ਦਰਬਾਰਾਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਨੰਦ ਲਾਲ ਨੂਰਪੁਰੀ, ਪ੍ਰੋਫੈਸਰ ਪੂਰਨ ਸਿੰਘ, ਸੁਰਜੀਤ ਪਾਤਰ ਨੇ, ਕਿ ਅੰਮ੍ਰਿਤਾ ਪ੍ਰੀਤਮ ਨੇ। ਤੇ ਸਹੀ ਉੱਤਰ ਹੈ ਸਾਡਾ ਊੜਾ, ਨੰਦ ਲਾਲ ਨੂਰਪੁਰੀ ਨੇ ਕਵੀ ਦਰਬਾਰਾਂ ਦੇ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਤੇ ਗੀਤਾਂ ਦਾ ਬਾਦਸ਼ਾਹ ਕਿਸ ਨੂੰ ਕਿਹਾ ਜਾਂਦਾ ਸੀ। ਇਹ ਵੀ ਨੰਦ ਲਾਲ ਨੂਰਪੁਰੀ ਨੂੰ। ਸੱਸਾ ਉੱਤਰ ਸਾਡਾ ਸਹੀ ਹੋਵੇਗਾ। ਅਗਲਾ ਪ੍ਰਸ਼ਨ ਦੇਖੋ। ਸੁਗਾਤ, ਚੰਗਿਆੜੇ, ਵੰਗਾਂ, ਗਾਉਂਦਾ ਪੰਜਾਬ ਕਾਵਿ ਸੰਗ੍ਰਹਿ ਕਿਸ ਦੀ ਰਚਨਾ ਹੈ। ਅੰਮ੍ਰਿਤਾ ਪ੍ਰੀਤਮ ਦੀ, ਨੰਦ ਲਾਲ ਨੂਰਪੁਰੀ ਦੀ, ਜਗਤਾਰ ਦੀ, ਕਿ ਪ੍ਰੀਤਮ ਸਿੰਘ ਸਫੀਰ ਦੀ। ਤਾਂ ਸਹੀ ਉੱਤਰ ਹੈ ਸਾਡਾ ਆੜਾ, ਨੰਦ ਲਾਲ ਨੂਰਪੁਰੀ ਦੀਆਂ ਰਚਨਾਵਾਂ ਇਹ ਸਾਰੀਆਂ, ਸਾਰੇ ਕਾਵਿ ਸੰਗ੍ਰਹਿ। ਨੰਦ ਲਾਲ ਨੂਰਪੁਰੀ ਦੇ ਕਿਹੜੇ ਕਾਵਿ ਸੰਗ੍ਰਹਿ ਨੂੰ ਭਾਸ਼ਾ ਵਿਭਾਗ ਵੱਲੋਂ ਪਹਿਲੇ ਦਰਜੇ ਦਾ ਇਨਾਮ ਦੇ ਕੇ ਸਤਿਕਾਰਿਆ ਗਿਆ। ਤਾਂ ਸੁਗਾਤ ਨੂੰ। ਸਹੀ ਉੱਤਰ ਹੈ ਸਾਡਾ ਸੱਸਾ, ਸੁਗਾਤ ਨੂੰ ਕੀ ਸਤਿਕਾਰਿਆ ਗਿਆ ਸੀਗਾ। ਆਰਥਿਕ ਹਾਲਤ ਬਹੁਤ ਕਮਜ਼ੋਰ ਹੋਣ ਕਰਕੇ ਨੰਦ ਲਾਲ ਨੂਰਪੁਰੀ ਨੇ ਕਦੋਂ ਆਤਮਘਾਤ ਕਰਕੇ ਜੀਵਨ ਦਾ ਅੰਤ ਕਰ ਦਿੱਤਾ। ਆਤਮ ਹੱਤਿਆ ਕਰ ਲਈ ਸੀ ਇਹਨਾਂ ਨੇ। ਦੇਖੋ ਕਿਹੜੇ ਸੰਨ ਦੇ ਵਿੱਚ, 1962 'ਚ, 1963 'ਚ, 1966 ਕਿ 67 'ਚ। ਤਾਂ ਈੜੀ ਉੱਤਰ ਸਾਡਾ ਸਹੀ ਹੋਵੇਗਾ। 1966 ਨੂੰ ਇਹਨਾਂ ਨੇ ਆਤਮ ਹੱਤਿਆ ਕਰ ਲਈ ਸੀ ਤੇ 1906 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ, 1906 ਈਸਵੀ ਵਿੱਚ। ਹੀਰਾ ਸਿੰਘ ਦਰਦ ਦਾ ਜਨਮ ਕਦੋਂ ਤੇ ਕਿੱਥੇ ਹੋਇਆ। 1899 ਈਸਵੀ ਨੂੰ ਰਾਵਲਪਿੰਡੀ, 1890 ਨੂੰ ਲਾਹੌਰ, 1891 ਨੂੰ ਗੁਜਰਾਂਵਾਲਾ, ਕਿ 1892 ਨੂੰ ਐਬਟਾਬਾਦ। ਤਾਂ ਸਹੀ ਉੱਤਰ ਹੈ ਸਾਡਾ ਊੜਾ, 1899 ਈਸਵੀ ਨੂੰ ਰਾਵਲਪਿੰਡੀ ਵਿੱਚ ਹੋਇਆ। ਹੀਰਾ ਸਿੰਘ ਦਰਦ ਦਾ ਸਾਹਿਤਿਕ ਤੇ ਪੱਤਰਕਾਰੀ ਜੀਵਨ ਕਦੋਂ ਸ਼ੁਰੂ ਹੁੰਦਾ ਹੈ। 1906 'ਚ, 1907, 1908 ਕਿ 1909। ਤਾਂ ਸਹੀ ਉੱਤਰ ਹੈ ਸਾਡਾ ਆੜਾ, 1907 ਈਸਵੀ ਤੋਂ ਸ਼ੁਰੂ ਹੁੰਦਾ ਇਹਨਾਂ ਦਾ ਸਾਹਿਤਿਕ ਤੇ ਪੱਤਰਕਾਰੀ ਜੀਵਨ। ਹੀਰਾ ਸਿੰਘ ਦਰਦ ਦੀਆਂ ਕਵਿਤਾਵਾਂ ਵਿੱਚ ਹੈ ਅਥਾਹ ਜੋਸ਼, ਸੱਚ ਦੀ ਸ਼ਕਤੀ, ਵਲਵਲਾ ਤੇ ਤੀਵਰ ਪ੍ਰੇਰਨਾ, ਕਿ ਉਪਰੋਕਤ ਸਾਰੇ। ਤਾਂ ਸਹੀ ਉੱਤਰ ਹੈ ਸਾਡਾ ਸੱਸਾ, ਉਪਰੋਕਤ ਸਾਰੇ, ਸਾਰਾ ਕੁਝ ਹੈਗਾ ਇਹ ਉਹਨਾਂ ਦੀਆਂ ਕਵਿਤਾਵਾਂ ਵਿੱਚ। ਮੀਆਂ ਵਾਲੀ ਜੇਲ੍ਹ ਵਿੱਚ, ਕੋਇਲੇ ਗੀਤ ਨਵਾਂ ਕੋਈ ਗਾ,
ਕਸ਼ਮੀਰ ਸ਼ਰੀਨ ਦੀਆਂ ਛਾਵਾਂ ਕਵਿਤਾ ਦਾ ਲੇਖਕ ਕੌਣ ਹੈ? ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, ਪ੍ਰੋਫੈਸਰ ਪੂਰਨ ਸਿੰਘ, ਹੀਰਾ ਸਿੰਘ ਦਰਦ, ਜਸਵੰਤ ਸਿੰਘ ਨੇਕੀ। ਤਾਂ ਸਹੀ ਉੱਤਰ ਹੈ ਸਾਡਾ ਈੜੀ ਹੀਰਾ ਸਿੰਘ ਦਰਦ। 1930 ਈਸਵੀ ਵਿੱਚ ਭਾਸ਼ਾ ਵਿਭਾਗ ਵੱਲੋਂ ਹੀਰਾ ਸਿੰਘ ਦਰਦ ਨੂੰ ਸਨਮਾਨ ਪੱਤਰ ਤੋਂ ਕਿੰਨੇ ਰੁਪਏ ਇਨਾਮ ਵਜੋਂ ਮਿਲੇ? 1000, 1100, 1200 ਕਿ 1500। ਤਾਂ ਸਹੀ ਉੱਤਰ ਹੈ ਸਾਡਾ ਆੜਾ 1100 ਰੁਪਏ ਮਿਲੇ ਸੀ ਉਹਨਾਂ ਨੂੰ ਇਨਾਮ ਵਜੋਂ। ਅੱਜ ਲਈ ਇੰਨਾ ਹੀ, ਤੇ ਅਗਲੀ ਵੀਡੀਓ ਵਿੱਚ ਆਪਾਂ ਆਧੁਨਿਕ ਕਾਵਿ ਨਾਲ ਸੰਬੰਧਿਤ ਕੁਝ ਹੋਰ ਇੰਪੋਰਟੈਂਟ ਕੁਐਸਚਨ ਕਰਾਂਗੇ। ਤਦ ਤੱਕ ਲਈ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਤੇ ਯਾਦ ਕਰੋ, ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।